हेलो स्टूडेंट्स, वेलकम टू क्लीयर एग्जाम। आप डिस्कस कर रहे सी पंजाब सिविल सर्विस 2013 वाला पेपर। इस तो पहला वाली वीडियो विच आपां ने पहले 20 क्वेश्चन डिस्कस कर लए ने। अज आपां नैक्सट क्वेश्चन डिस्कस करांगे। लेट्स स्टार्ट। 21 क्वेश्चन, विच वन ऑफ फॉलोइंग पेयर ऑफ कंट्रीज फाउट वार ओवर ए रीजन कॉल्ड उगडान। उगडान खेतर लई इन्हां ਵਿੱਚੋਂ ਕਿਹੜੀਆਂ ਕੰਟਰੀਜ਼ ਵਿਚਕਾਰ ਲੜਾਈਆਂ ਹੋਈਆਂ ਨੇ। ਆਪਸ਼ਨ ਏ ਇਕਟੇਰੀਆ ਅਤੇ ਸੁਦਾਨ, ਆਪਸ਼ਨ ਬੀ ਇਥੋਪੀਆ ਅਤੇ ਸਮਾਲੀਆ, ਆਪਸ਼ਨ ਸੀ ਕੀਨੀਆ ਅਤੇ ਸਮਾਲੀਆ, ਆਪਸ਼ਨ ਡੀ ਇਥੋਪੀਆ ਅਤੇ ਸੁਦਾਨ। ਦੈਨ ਇਟਸ ਕਰੈਕਟ ਆਨਸਰ ਇਜ਼ ਆਪਸ਼ਨ ਬੀ ਇਥੋਪੀਆ ਅਤੇ ਸਮਾਲੀਆ ਦੇ ਵਿਚਕਾਰ ਉਗਡਾਨ ਖੇਤਰ ਲਈ ਲੜਾਈਆਂ ਲੜੀਆਂ ਗਈਆਂ। ਇਹ ਦੋਨੇ ਏਰੀਏ ਕਿੱਥੇ ਪਾਏ ਜਾਂਦੇ ਨੇ? ਅਫਰੀਕਾ ਕੰਟੀਨੈਂਟ 'ਚ। ਅਫਰੀਕਾ ਕੰਟੀਨੈਂਟ। ਇਸ ਤੋਂ ਬਾਅਦ ਨੈਕਸਟ ਕੁਐਸਚਨ, ਮੈਚ ਦਾ ਲਿਸਟ 1 ਵਿਦ ਲਿਸਟ 2। ਆਪਾਂ ਨੇ ਲਿਸਟ 1 ਨੂੰ ਲਿਸਟ 2 ਨਾਲ ਮੈਚ ਕਰਨਾ ਹੈ। ਲਿਸਟ 1 'ਚ ਕਿਨੇ ਘਾਟੀ ਤੇ ਲਿਸਟ 2 'ਚ ਸਟੇਟ। ਹਾਂਜੀ, ਜੌਹਰ ਵੈਲੀ ਇਹ ਕਿੱਥੇ ਪਾਈ ਜਾਂਦੀ ਨੇ? ਉੱਤਰਾਖੰਡ 'ਚ। ਸਹੀ ਹੈ ਇਹ ਮੈਚਿੰਗ। ਇਹ ਕਿਸ ਰਿਵਰ ਦੇ ਅਲੋਂਗ ਵਹਿੰਦੀ ਹੈ? ਗੋਰੀ ਗੰਗਾ ਰਿਵਰ ਦੇ ਰੂਟ। ਇਹ ਇੱਕ ਰੂਟ ਹੈ ਤਿੱਬਤ ਜਾਣ ਲਈ। ਇਸ ਤੋਂ ਬਾਅਦ ਡਿਚਕਾਉਂ ਵੈਲੀ ਇਹ ਕਿਸ 'ਚ ਪਾਈ ਜਾਂਦੀ ਹੈ? ਇਹ ਨਾਗਾਲੈਂਡ 'ਚ ਪਾਈ ਜਾਂਦੀ ਹੈ। ਇਸ ਤੋਂ ਬਾਅਦ ਨੁਬਰਾ ਵੈਲੀ ਇਹ ਜੰਮੂ ਕਸ਼ਮੀਰ 'ਚ ਪਾਈ ਜਾਂਦੀ ਹੈ। ਸੀ ਦਾ ਮੈਚਿੰਗ 3 ਨਾਲ ਹੋ ਗਿਆ। ਇਹ ਨੁਬਰਾ ਵੈਲੀ ਹੈ ਜਿਹੜੀ ਮੋਸਟਲੀ ਕਿਸ ਲਈ ਪੋਪੂਲਰ ਹੈ? ਫਲਾਵਰਸ ਲਈ। ਪਾਰਵਤੀ ਵੈਲੀ ਜੋ ਰਿਮੇਨਿੰਗ ਰਹਿ ਗਿਆ ਹਿਮਾਚਲ, ਡੀ ਫॉर 2। ਹਾਂਜੀ, ਕਿਹੜਾ ਆਪਸ਼ਨ ਬਣ ਗਿਆ? ਸੋ ਸੀ ਆਪਸ਼ਨ ਇਜ਼ ਕਰੈਕਟ। ਜੌਹਰ ਵੈਲੀ ਇਨ ਉੱਤਰਾਖੰਡ, ਡਿਚਕਿਓਂਗ ਵੈਲੀ ਇਨ ਨਾਗਾਲੈਂਡ, ਨੁਬਰਾ ਵੈਲੀ ਜੰਮੂ ਐਂਡ ਕਸ਼ਮੀਰ, ਪਾਰਵਤੀ ਵੈਲੀ ਹਿਮਾਚਲ ਪ੍ਰਦੇਸ਼। ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ 23 ਨੰਬਰ ਕੁਐਸਚਨ, ਔਨ ਵਿਚ ਰਿਵਰਜ਼ ਬਿਟਵੀਨ 2 ਪਲੇਸਿਸ ਇਜ਼ ਨੈਸ਼ਨਲ ਵਾਟਰਵੇ। ਨੰਬਰ 1 2 ਇਜ਼ ਸੈਚੁਰਡ। ਕਿਹੜੀਆਂ ਨਦੀਆਂ ਉੱਤੇ ਅਤੇ ਕਿਹੜੀਆਂ 2 ਥਾਵਾਂ ਵਿਚਕਾਰ ਰਾਸ਼ਟਰੀ ਜਲ ਮਾਰਗ ਨੰਬਰ 2 ਸਥਿਤ ਹੈ? ਆਪਸ਼ਨ ਏ ਬ੍ਰਹਮਪੁੱਤਰਾ ਸਾਦੀਆ ਡੁਬਰੀ, ਆਪਸ਼ਨ ਬੀ ਗੰਗਾ ਹਲਦੀਆ ਇਲਾਹਾਬਾਦ, ਆਪਸ਼ਨ ਸੀ ਵੈਸਟ ਕੋਸਟ ਕੈਨਾਲ ਕੋਟਮਪੁਰਮ ਕੋਲਮ, ਆਪਸ਼ਨ ਡੀ ਗੋਦਾਵਰੀ ਨਾਸਿਕ ਰਾਜਮੁੰਡਰੀ। ਇਟਸ ਕਰੈਕਟ ਆਨਸਰ ਇਜ਼ ਆਪਸ਼ਨ ਏ ਬ੍ਰਹਮਪੁੱਤਰ ਸਦੀਆ ਡੁਬਰੀ ਨੂੰ ਨੈਸ਼ਨਲ ਵਾਟਰ ਨੰਬਰ 2 ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਾਂਜੀ, ਆਪਾਂ ਥੋੜ੍ਹਾ ਨੈਸ਼ਨਲ ਵਾਟਰਵੇਜ਼ ਬਾਰੇ ਡਿਸਕਸ ਕਰ ਲਈਏ। ਇਹ ਐਕਟ ਕਦੋਂ ਬਣਿਆ ਸੀ? 2016 ਵਿੱਚ ਬਣਿਆ ਸੀ। ਇਸ ਦੇ ਅੰਡਰ ਕਿੰਨੇ ਨੈਸ਼ਨਲ ਵਾਟਰਵੇਜ਼ ਡਿਕਲੇਅਰ ਕਰੇ ਗਏ? 111 ਵਾਟਰਵੇਜ਼ ਨੂੰ ਨੈਸ਼ਨਲ ਵਾਟਰਵੇਜ਼ ਡਿਕਲੇਅਰ ਕਰਿਆ ਗਿਆ। ਹਾਂਜੀ, ਸਭ ਤੋਂ ਲੰਬਾ ਨੈਸ਼ਨਲ ਵਾਟਰਵੇ ਕਿਹੜਾ ਹੈ? ਪ੍ਰਯਾਗਰਾਜ ਹਲਦੀਆ ਵਾਟਰਵੇ ਸਭ ਤੋਂ ਲੌਂਗੈਸਟ ਵਾਟਰਵੇ ਹੈ। ਇਹਦੀ ਲੈਂਥ ਕਿੰਨੀ ਹੈ? 1620 ਕਿਲੋਮੀਟਰ। ਇਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਕੁਐਸਚਨ ਆ ਜਾਂਦਾ ਹੈ, ਇਕੁਏਟਰ ਡਾਜ਼ ਨਾਟ ਪਾਸ ਥਰੂ ਵਿਚ ਆਫ ਦਾ ਫੋਲੋਇੰਗ ਕੰਟਰੀਜ਼। ਭੂ-ਮੱਧ ਰੇਖਾ ਇਹਨਾਂ ਹੇਠ ਲਿਖੇ ਕਿਹੜੇ ਦੇਸ਼ਾਂ ਵਿੱਚੋਂ ਨਹੀਂ ਗੁਜ਼ਰਦੀ? ਆਪਸ਼ਨ ਏ ਕੋਲੰਬੀਆ, ਸੈਕਿੰਡ ਬ੍ਰਾਜ਼ੀਲ, ਥਰਡ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ, ਫੋਰਥ ਬੋਲੀਵੀਆ, ਫਿਫਥ ਐਂਗਲੋ। ਹਾਂਜੀ, ਇਸ ਦਾ ਕਰੈਕਟ ਆਨਸਰ ਕੀ ਹੈ? ਆਪਸ਼ਨ ਡੀ ਇਸ ਦਾ ਕਰੈਕਟ ਆਨਸਰ ਹੈ। ਬੋਲੀਵੀਆ ਅਤੇ ਅੰਗੋਲਾ ਵਿੱਚੋਂ ਭੂ-ਮੱਧ ਰੇਖਾ ਪਾਸ ਨਹੀਂ ਕਰਦੀ। ਹਾਂਜੀ, ਇਹ ਮੈਮਰੀ ਬੇਸਡ ਕੁਐਸਚਨ ਹੈ, ਇਸ ਨੂੰ ਐਜ ਇਟ ਯਾਦ ਕਰਨਾ ਪਊਗਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਆ ਜਾਂਦਾ ਹੈ, ਇਨ ਵਿਚ ਫੋਲੋਇੰਗ ਸਟੇਟ ਇਜ਼ ਗੁਲਮਰਗ ਨੈਸ਼ਨਲ ਪਾਰਕ ਲੋਕੇਟਡ। ਇਹਨਾਂ ਵਿੱਚੋਂ ਕਿਹੜੇ ਰਾਜ ਵਿੱਚ ਗੁਲਮਰਗ
राष्ट्र पार्क स्थित है? ऑप्शन ए कर्नाटक, ऑप्शन बी आंध्र प्रदेश, ऑप्शन सी महाराष्ट्र, ऑप्शन डी उड़ीसा। दैन इट्स करैक्ट आंसर इज ऑप्शन सी महाराष्ट्र विखे ये पार्क बनया होया है। कित्थे बनया है? अमरवती विखे। इस तो बाद अपने को आ जाता है इन डेमोग्राफी द बायोलॉजिकल कैपेसिटी फॉर रीप्रोडक्शन इज कॉल्ड। जन अंकड़ा विज्ञान विच संतान की उत्पत्ति दी जीव संबंधी की समर्थना नूं की कहंदे ने? ऑप्शन ए फर्टिलिटी, ऑप्शन बी बर्थ रेट, ऑप्शन सी विटैलिटी, ऑप्शन डी फिंगडिटी। दैन इट्स करैक्ट आंसर इज डी फिंगडिटी इज कॉल्ड द बायोलॉजिकल कैपेसिटी फॉर रिप्रोडक्शन। एक ही है, इट इज द पोटेंशियल टू बर्थ न्यू चाइल्ड एवरेज बाय वूमन। बी मीनज एक औरत घट तो घट किन्ने नवे बच्चों नूं जन्म दे सकती है। इसनूं की कहंदे ने? उपजाऊ शक्ति फिंगडिटी। इस तो बाद नैक्सट क्वेश्चन अपने कोले विच ऑफ द फॉलोइंग सेपरेट्स द एशियाटिक तुर्की फ्रॉम द यूरोपियन तुर्की। इन्हां विचों किहड़ा एशियाई तुर्की अते यूरोपी तुर्की नूं वख करदा है? ऑप्शन ए बेरिंग स्ट्रेट, ऑप्शन बी बोस्पोरस स्ट्रेट, ऑप्शन सी मलक्का स्ट्रेट, ऑप्शन डी स्टेट ऑफ जिब्राल्टर। दैन इट्स करैक्ट आंसर इज ऑप्शन बी बोस्पोरस स्ट्रेट एशियाटिक तुर्की नूं यूरोपियन तुर्की नालों अलग करता है। हाँ जी, ਜਿਹੜੇ बाकी स्टेट्स रह गए ने आप उन्होंने बारे भी डिस्कस कर लैने हैं। बेरिंग स्टेट ये किस नूं अलग करता है? ये रशिया एंड USA नूं अलग करता है। स्ट्रेट का मतलब की हुंदा है? जिवें दो वाटर बॉडीज़ है जिहड़ी उन्हां दे विचकार नैरो पासिज होऊगा, जिहड़ा दो वाटर बॉडीज़ नूं इधर भी वाटर है इधर भी वाटर है कंटैक्ट करूगा, उस नैरो पासिज नूं की कहांगे आपां? स्ट्रेट। इस तो बाद सी ऑप्शन बारे भी डिस्कस कर लैंदे हां। मलक्का स्ट्रेट ये वैरी इंपोर्टेंट स्टेट है। मोस्ट ऑफ कार्गोशिप पासिज थ्रू चाइना दिस स्टेट। मलक्का स्टेट कित्थे प्रेजेंट है? यह इंडोनेशिया आइलैंड्स ते मलय पैनसुला के विचकार प्रेजेंट है। मीनज मलेशिया ते इंडोनेशिया के विचकार जो नैरो पासिज है उसनूं की कहंदे ने? मलक्का स्ट्रेट। इस तो बाद स्टेट ऑफ जिब्राल्टर ये किस नूं कनैक्ट करती है? ये कनैक्ट करती है अटलांटिक ओशियन नूं इस नाल मैडिटेरियन सी नाल। ये किहड़े किहड़े दो कॉन्टीनेंट नूं भी विचकार है? इस तरह ये इत्थे है यूरोप ते अफ्रीका। ये यूरोप ते अफ्रीका के विचकार है। इधर की है अटलांटिक ओशन, इधर की है मैडिटेरियन सी। स्टेट ऑफ जिब्राल्टर वैरी इंपोर्टेंट। इस तो बाद 98 कॉन्स्टिट्यूशन अमेंडमेंट एक्ट 2011 हैज़ एडेड ए न्यू आर्टिकल 371J in the constitution. It relates to the creating special provision regarding which of the following region? 98 संविधान संशोधन अधिनियम 2012 तहत संविधान विच एक नवा आर्टिकल 371J शामिल किया गया है। यह हेठ लिखिया किहड़े इलाकों लई विशेष व्यवस्था बनाउंदा है? ऑप्शन ए तेलंगाना रायसीलमा, ऑप्शन बी कर्नाटक हैदराबाद, ऑप्शन बी सी विदर्भ मराठवाड़ा, ऑप्शन डी रायलसीमांध्रा ते सीमांध्रा। एंड इट्स करैक्ट आंसर
ऑप्शन बी करनाटक ते हैदराबाद लई आर्टिकल 371 जे स्पैशल प्रोविजन बनाउंदा है। इस तो बाद अपने कोले आ जाता है नैक्सट क्वेश्चन, विच ऑफ द फॉलोइंग स्टेट ज्वाइन द इंडियन यूनियन आफ्टर द कंडक्ट ऑफ स्पैशल ओपीनियन पोल इन 1975। 1975 ਵਿੱਚ ਕਿਹੜੇ ਭਾਰਤੀ ਰਾਜ ਨੇ ਵਿਸ਼ੇਸ਼ ਮਤ ਚੋਣ ਰਾਹੀਂ ਸ਼ਾਮਲ ਹੋਇਆ ਸੀ ਇੰਡੀਆ 'ਚ? ਆਪਸ਼ਨ ਏ ਮਣੀਪੁਰ, ਆਪਸ਼ਨ ਬੀ ਮੇਘਾਲਿਆ, ਆਪਸ਼ਨ ਸੀ ਗੋਆ, ਆਪਸ਼ਨ ਡੀ ਸਿੱਕਮ। ਦੈਨ ਇਟਸ ਕਰੈਕਟ ਆਨਸਰ ਇਜ਼ ਆਪਸ਼ਨ ਡੀ, ਸਿੱਕਮ ਨੇ ਜੁਆਇਨ ਕਰਿਆ ਸੀ ਇੰਡੀਆ ਨੂੰ ਆਫਟਰ ਏ ਸਪੈਸ਼ਲ ओपीनियन पोल इन 1975। इस तो बाद वेरी इंपॉर्टेंट क्वेश्चन, प्रेजेंट लिए भी बहुत इंपॉर्टेंट है। कंसीडर द फॉलोइंग स्टेटमेंट रिगार्डिंग लैप्सिंग ऑफ बिल इन द पार्लीमेंट। संसद विच बिल समाप्ति संबंधी हेठ लिखे कथनां ते विचार करो। ऑप्शन 1, ए बिल पेंडिंग इन पार्लीमेंट लैप्स बाय द रीजन ऑफ द प्रोपेगेशन ऑफ द हाउस। अणमिथे समय ਲਈ ਸਦਨਾਂ ਵਿੱਚ ਦਖਣ ਕਾਰਨ ਪਿਆ ਬਿੱਲ ਲੈਪਸ ਹੋ ਜਾਂਦਾ, ਮੀਨਜ਼ ਖਤਮ ਹੋ ਜਾਂਦਾ ਹੈ। ਇਹ ਬਿੱਲ ਪੈਂਡਿੰਗ ਇਨ राज्य सभा बट नॉट पासड बाय लोक सभा लैप्स वैन लोक सभा डिजोल्व। मीनज कोई बिल राज्य सभा पिया है पर वो लोक सभा पास नहीं होया, बिकॉज लोक सभा जो डिसोल्व होगी तो बिल भी खत्म हो जू। इन्हां विचों किहड़ा कथन सही है? ऑप्शन ए ओनली 1, ऑप्शन बी ओनली 2, ऑप्शन सी बोथ 1 and 2, ऑप्शन डी नाइदर 1 and 2। दैन इट्स करैक्ट आंसर इज ऑप्शन डी नाइदर 1 and 2। ये दोने कथन ठीक नहीं ने। हाँ जी, आप डिस्कस कर लैने आ एक बिल कदों लैप्स होगा? वैन पास इन लोक सभा बट पेंडिंग इन राज्य सभा, दैन बिल लैप्स हो जू। हाँ जी, सैकेंड बिल ओरिजिनेट इन लोक सभा बट नॉट पास्ड इन लोक सभा, दैन इट्स लैप्स। मीनज कोई बिल पेश तो कर दिता गया लोक सभा पर वो पास नहीं होया तो वह बिल खत्म हो जू। थर्ड प्रोविजन बिल पास इन राज्य सभा बट पेंडिंग इन लोक सभा। मीनज कोई बिल राज्य सभा विच पास हो गया पर वो पेंडिंग कित्थे है? लोक सभा विच पिया है तो वह बिल खत्म हो जू, लैप्स हो जू। इस तो बाद नैक्सट क्वेश्चन 31, विच इज द फॉलोइंग प्लेस नॉट फॉल अंडर द टेरिटोरियल एस्टैबलिशमेंट जुरिडिक्शन ऑफ द बंबे हाई कोर्ट। हेठ लिखिया थावां चों किहड़ी बंबे उच्च अदालत राज खेतरी संस्थापन अधिकार खेत्र नहीं आउंदे ने? ऑप्शन ए दमन दियो, ऑप्शन 2 दादर नगर हवेली, ऑप्शन 3 गोवा, ऑप्शन डी लक्षद्वीप। हाँ जी, अपने को किहड़े ऑप्शन दिते हुए ने? ओनली 1 करैक्ट, ऑप्शन बी 1 and 2, ऑप्शन सी 4 ओनली 4, ऑप्शन डी 3 and 4। हाँ जी, इसका करैक्ट आंसर है ऑप्शन सी ओनली 4, जिहड़ा ओह बंबे जुरिडिक्शन के अंडर नहीं आउंदा। मीनज लक्षद्वीप है जिहड़ा वो बंबे हाई कोर्ट के अंडर नहीं आउंदा।
हाँ जी, ये प्रॉपर ध्यान रखना। उन्होंने ਆਪਾਂ ਨੂੰ क्वेश्चन 'ਚ नोट ਪੁੱਛਿਆ कि यस ਪੁੱਛਿਆ। मोस्टली मिस्टेक ਇੱਥੇ ਹੀ ਹੁੰਦੀ ਆ, ਆਪਾਂ ਕਾਲੀ ਗਾਲੀ 'ਚ ਇਹ ਛੋਟੇ ਛੋਟੇ ਵਰਡ ਸਕਿਪ ਕਰ ਜਾਂਦੇ ਆ। ਜਦੋਂ ਵੀ ਕਿਸੇ ਕੁਐਸਚਨ ਦਾ ਆਨਸਰ ਲਾਉਣਾ ਹੈ ਤਾਂ ਇਹ ਜ਼ਰੂਰ ਦੇਖਣਾ ਹੈ ਵੀ ਉਹਨਾਂ ਨੇ ਨੋਟ ਪੁੱਛਿਆ ਕਿ ਯੈਸ ਪੁੱਛਿਆ। ਇਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਕੁਐਸਚਨ ਆ ਜਾਂਦਾ ਹੈ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਦਾ ਅਟਾਰਨੀ ਜਨਰਲ ਆਫ ਇੰਡੀਆ। ਭਾਰਤ ਦੇ ਮਹਾ ਨਿਆਂ ਅਧਿਕਾਰੀ ਸੰਬੰਧੀ ਹੇਠ ਲਿਖੇ ਕਥਨ ਦਿੱਤੇ ਗਏ ਨੇ। फर्स्ट कथन, ही इज अपॉइंटेड बाय प्रेसिडेंट ऑफ इंडिया। सेकंड, ही मस्ट हैव द सेम क्वालिफिकेशन एज आर रिक्वायर्ड फॉर द जज ऑफ हाई कोर्ट। थर्ड, ही हैज़ राइट टू स्पीक इन द आइदर हाउस ऑफ पार्लियामेंट। फोर्थ, ही हैज़ रिमूवड बाय फॉलोइंग प्रोसेस ऑफ इम्पीचमेंट। फिफ्थ, ही हैज़ राइट टू ऑडियंस इन द कोर्ट ऑफ द टेरिटरी ऑफ इंडिया। हाँ जी, इन्हों में आपने की दसना है किहड़े किहड़ियां कथन ठीक ने। तो इसका ऑप्शन डी इज़ करैक्ट है। उसनों अटारनी जनरल नूं प्रेजिडेंट अपॉइंट करता है। किहड़े आर्टिकल अंडर अपॉइंटमेंट होंदी है अटारनी जनरल की? आर्टिकल 76 के अंडर। तो थर्ड, ही है राइट, उसनों अधिकार है पार्लीमेंट के दोनों हाउस विच बोलन का। तो पंजवां कथन भी ठीक है, इसनों देश दीयां सारियां अदालतां विच सुने जाण दा अधिकार है। हाँ जी, आप एक थोड़ा ही उरे अपडेट कर लैने लिटिल नॉलेज। प्रेजेंट अटारनी जनरल कौन आ इंडिया का? के वीनू गोपाल प्रेजेंट अटारनी जनरल है इंडिया दे। इस तो बाद 33 नंबर क्वेश्चन, कंसीडर द फॉलोइंग स्टेटमेंट। द वीटो पावर ऑफ द प्रेजिडेंट इज लिमिटेड बिकॉज इफ आफ्टर द रिकनसिडरेशन द पार्लियामेंट प्रोसेस द सेम बिल अगेन एंड सेंड इट बैक to the president, then the president have to give assent to the bill। assent means सहमति। हाँ जी, इधर आप पंजाबी च भी देख लेने आ जे किसी नूं प्रॉपर दसना है। राष्ट्रपति की अस्वीकृति मीनज रिजैक्ट। देने की शक्ति सीमित है किसी बिल नूं, क्योंकि जे मुड़न विचारण उपरंत संसद उस बिल नूं दोबारा पास करके राष्ट्रपति नूं वापस भेज दिंदा तां राष्ट्रपति नूं बिल नूं सहमति देनी पैंदी है। हाँ जी, इस भी दस्सिया गया है कि प्रेजिडेंट कोले बिल नूं अस्वीकार करने की पावर बहुत घट दी गई है। जेकर वो बिल नूं दोबारा पार्लीमेंट च भेज दिंदा मुड़ विचार करने लई, जेकर पार्लीमेंट उसे बिल नूं दोबारा प्रेजिडेंट नूं सेंड कर देंदी है तो प्रेजिडेंट नूं उसनूं सहमति देनी पऊगी। सैकंड ऑप्शन की कहता अपने कोले, देयर इज नो मैंशन इन द कॉन्स्टिट्यूशन अबाउट द टाइम लिमिट विद विच पार्लीमेंट मस्ट सेंड द बिल बैक फॉर द रिकनसिडरेशन। राष्ट्रपति वालों बिल मुड़ विचारण वास्ते कदों भेजा जाना है, इस संबंधी संविधान विच कोई समय सीमा ते वेरवा नहीं दिता गया। इन्हां कथनों विचों किहड़े कथन सही ने? ऑप्शन ए ओनली वन, ऑप्शन बी ओनली टू, ऑप्शन सी बोथ वन एंड टू, ऑप्शन डी नाइदर वन एंड टू। दैन इट्स करैक्ट आंसर इज ऑप्शन सी बोथ स्टेटमेंट्स आर ट्रू। इस तो बाद अपने कोले क्वेश्चन आ जाता है, which of following subject are part of the state list as specified in the 7th schedule of Constitution of India। 7वें शेड्यूल अनुसार इन्हां विचों किहड़ियां चीज़ां स्टेट लिस्ट च दर्ज ने? ऑप्शन 1 नंबर मार्केट एंड अफेयर, ऑप्शन 2 पब्लिक हेल्थ एंड सैनिटेशन हॉस्पिटल डिस्पेंसरीज, थर्ड
cultivation, manufacture and the sale for export of opium. Fourth, insurance. 5, relief of disabled and unemployment. हाँ जी, ਆਪਾਂ ਨੇ ਇਹਨਾਂ ਚੋਂ ਕਰੈਕਟ ਆਪਸ਼ਨ ਚੂਜ਼ ਕਰਨੀ ਹੈ। ਆਪਸ਼ਨ A 1 2 3, ਆਪਸ਼ਨ B 2 3 5, ਆਪਸ਼ਨ C 3 4 5, ਆਪਸ਼ਨ D 1 2 5। then its correct answer is 34, ਦਾ D ਆਪਸ਼ਨ। ਸਟੇਟ ਲਿਸਟ 'ਚ ਇਹਨਾਂ ਵਿੱਚੋਂ ਕਿਹੜੇ ਚੀਜ਼ਾਂ ਪ੍ਰੈਜੈਂਟ ਨੇ? ਮਾਰਕੀਟ ਐਂਡ ਅਫੇਅਰਸ, ਪਬਲਿਕ ਹੈਲਥ, ਸੈਨੀਟਾਈਜੇਸ਼ਨ, ਹਸਪੀਟਲਜ਼ ਐਂਡ ਡਿਸਪੈਂਸਰੀਜ਼। 5th, ਰਿਲੀਫ ਆਫ ਡਿਸੇਬਲਡ ਐਂਡ ਅਨਇੰਪਲਾਇਡ, ਅਪੰਗ ਅਤੇ ਆਰਥਿਕ ਵਿਅਕਤੀਆਂ ਲਈ ਸਹਾਇਤਾ। ਹਾਂਜੀ, ਇੱਥੇ ਆਪਾਂ ਡਿਸਕਸ ਕਰ ਲੈਂਦੇ ਹਾਂ ਥੋੜ੍ਹਾ ਜਿਹਾ। ਆਪਣੇ ਕੋਲ 3 ਤਰ੍ਹਾਂ ਦੀਆਂ ਲਿਸਟਾਂ ਨੇ। ਇੱਕ ਹੈ ਯੂਨੀਅਨ ਲਿਸਟ, ਇੱਕ ਹੈ ਸਟੇਟ ਲਿਸਟ, ਥਰਡ ਹੈ ਕੰਕਰੈਂਟ ਲਿਸਟ। ਹਾਂਜੀ, ਯੂਨੀਅਨ ਲਿਸਟ ਇਸ 'ਚ ਵੀ ਓਨਲੀ ਸੈਂਟਰ ਗਵਰਨਮੈਂਟ ਕੰਮ ਕਰੂਗੀ। ਸਟੇਟ ਲਿਸਟ 'ਚ ਇਹ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਵਿੱਚ ਜੋ ਵੀ ਕੰਮ ਹੋਊਗਾ ਉਹ ਸਟੇਟ ਦੇ ਡਿਸੀਜਨ ਨਾਲ ਹੋਊ। ਕੰਕਰੈਂਟ ਲਿਸਟ 'ਚ ਇਸ 'ਚ ਸਟੇਟ ਅਤੇ ਯੂਨੀਅਨ ਦੋਨੋਂ ਮਿਲ ਕੇ ਡਿਸੀਜਨ ਲੈਣਗੇ। ਮੀਨਜ਼ ਸੈਂਟਰ ਅਤੇ ਸਟੇਟ ਗਵਰਨਮੈਂਟ, ਰਾਜ ਸਰਕਾਰ ਦੋਨਾਂ ਦਾ ਮਿਲ ਕੇ ਫੈਸਲਾ ਹੋਊਗਾ। ਯੂਨੀਅਨ ਲਿਸਟ ਵਿੱਚ ਕਿੰਨੇ ਸਬਜੈਕਟ ਪ੍ਰੈਜੈਂਟ ਨੇ? 98। ਸਟੇਟ ਲਿਸਟ 'ਚ ਕਿੰਨੇ ਪ੍ਰੈਜੈਂਟ ਨੇ? 59। ਕੰਕਰੈਂਟ ਲਿਸਟ 'ਚ ਕਿੰਨੇ ਪ੍ਰੈਜੈਂਟ ਨੇ? 52। ਇਸ ਤੋਂ ਬਾਅਦ ਨੈਕਸਟ ਕੁਐਸਚਨ, ਵਿਚ ਆਫ ਫੋਲੋਇੰਗ ਇਜ਼ ਆਰ ਦਾ ਮੈਂਸ਼ਨਡ ਡਾਇਰੈਕਟਿਵ ਪ੍ਰਿੰਸੀਪਲਜ਼ ਆਫ ਸਟੇਟ ਪਾਲਿਸੀ। ਇਹਨਾਂ ਵਿੱਚੋਂ ਕਿਹੜੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਵਿੱਚ ਮੈਂਸ਼ਨ ਨੇ? ਆਪਸ਼ਨ 1, ਸਿਕਿਉਰਿੰਗ ਏ ਸੋਸ਼ਲ ਆਰਡਰ ਫਾਰ ਦਾ ਪ੍ਰਮੋਸ਼ਨ ਆਫ ਵੈਲਫੇਅਰ ਆਫ ਦਾ ਪੀਪਲ, ਲੋਕ ਭਲਾਈ ਦੇ ਸਮਰਥਨ ਲਈ ਸਮਾਜਿਕ ਕਰਮ ਬਣਾਉਣਾ। ਸੈਕਿੰਡ, ਆਰਗੇਨਾਈਜੇਸ਼ਨ ਆਫ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ, ਖੇਤੀਬਾੜੀ ਅਤੇ ਪਸ਼ੂ ਪਾਲਣ ਦੀ ਵਿਵਸਥਾ। ਥਰਡ, ਪ੍ਰੋਵੀਜ਼ਨ ਆਫ ਗਿਵਿੰਗ ਓਪਰਚੁਨਿਟੀਜ਼ ਐਂਡ ਫੈਸਿਲਿਟੀਜ਼ ਟੂ ਦਾ ਚਿਲਡਰਨ ਫਾਰ ਦੇਅਰ ਡਿਵੈਲਪਮੈਂਟ ਇਨ ਹੈਲਥੀ ਮੈਨਰ, ਬੱਚਿਆਂ ਦੇ ਚੰਗੇ ਵਿਕਾਸ ਲਈ ਉਹਨਾਂ ਨੂੰ ਅਵਸਰ ਅਤੇ ਸਹੂਲਤਾਂ ਦੇਣ ਦਾ ਵਿਧਾਨ। ਫੋਰਥ, ਪ੍ਰੋਵੀਜ਼ਨ ਆਫ ਸੇਫਗਾਰਡ ਐਂਡ ਪਬਲਿਕ ਪ੍ਰੋਪਰਟੀ, ਲੋਕ ਸੰਪੱਤੀ ਦੀ ਰੱਖਿਆ ਕਰਨਾ। ਤਾਂ ਆਪਣੇ ਕੋਲ ਆਪਸ਼ਨ ਕਿਹੜੇ ਨੇ? ਆਪਸ਼ਨ A 'ਚ 2 and 3 ਕਰੈਕਟ ਨੇ, ਆਪਸ਼ਨ B 'ਚ 1 3 4 ਕਰੈਕਟ ਨੇ, ਆਪਸ਼ਨ C 'ਚ 1 2 3 ਕਰੈਕਟ ਨੇ, ਆਪਸ਼ਨ D 'ਚ 1 2 3 4 ਕਰੈਕਟ ਨੇ। then its correct answer is ਆਪਸ਼ਨ C। ਇਹਨਾਂ 'ਚੋਂ 1 2 ਅਤੇ 3 ਇਹ ਤਿੰਨੇ ਪ੍ਰੋਵੀਜ਼ਨ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਅੰਡਰ ਆਉਂਦੇ ਨੇ। ਹਾਂਜੀ, ਇਹ ਪ੍ਰਿੰਸੀਪਲ ਬਾਰੇ ਆਪਾਂ ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹਾਂ। ਮੀਨਜ਼ ਇਹ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੁੰਦੇ ਆ ਇਹ ਬਾਈਂਡਿੰਗ ਨਹੀਂ ਹੁੰਦੇ। ਮੀਨਜ਼ ਮੰਨਣਾ ਇਹਨਾਂ ਨੂੰ ਜ਼ਰੂਰੀ ਨਹੀਂ ਹੁੰਦਾ। ਇਹ ਕਿਹੜੇ ਪਾਰਟ ਵਿੱਚ ਦਰਜ ਨੇ? ਸੰਵਿਧਾਨ ਵਿੱਚ ਪਾਰਟ 4 'ਚ ਦਰਜ ਨੇ। ਇਹ ਕਿੰਨੇ ਆਰਟੀਕਲ ਕਵਰ ਕਰਦੇ ਨੇ? 36 ਤੋਂ ਲੈ ਕੇ 51 ਆਰਟੀਕਲ ਤੱਕ ਇਹਨਾਂ ਦਾ ਵਰਣਨ ਹੈ ਡਾਇਰੈਕਟਿਵ ਪ੍ਰਿੰਸੀਪਲਜ਼ ਆਫ ਸਟੇਟ ਪਾਲਿਸੀ ਦਾ। ਇਸ ਤੋਂ ਬਾਅਦ ਆਪਾਂ 36 ਨੰਬਰ ਕੁਐਸਚਨ ਡਿਸਕਸ ਕਰਦੇ ਹਾਂ। ਵੈਨ ਦਾ ਆਫਿਸ ਆਫ ਚੀਫ ਜਸਟਿਸ ਇੰਡੀਆ ਇਜ਼ ਵੇਕੈਂਟ ਐਂਡ ਵੈਨ ਚੀਫ ਜਸਟਿਸ ਇਜ਼ ਦਾ ਰੀਜ਼ਨ ਔਰ ਐਬਸੈਂਸ ਆਫ others unable to perform the duties of his office, the duties of office are performed by acting chief justice who appoints acting chief justice। ਜਦੋਂ ਭਾਰਤ ਦੇ ਮੁੱਖ ਨਿਆਇਧੀਸ਼ ਦਾ ਦਫ਼ਤਰ ਖਾਲੀ ਹੋਵੇ ਜਾਂ ਜਦੋਂ ਕੋਈ ਗੈਰ ਹਾਜ਼ਰੀ ਕਿਸੇ ਹੋਰ ਕਾਰਨ ਕਰਕੇ ਮੁੱਖ ਨਿਆਇਧੀਸ਼
ਆਪਣੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰਥ ਹੋਵੇ ਤਾਂ ਉਹਨਾਂ ਦੇ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਨਿਆਂਧੀਸ਼ ਵੱਲੋਂ ਨਿਭਾਈਆਂ ਜਾਂਦੀਆਂ ਨੇ। ਕਾਰਜਕਾਰੀ ਮੁੱਖ ਨਿਆਂਧੀਸ਼ ਕੌਣ ਨਿਯੁਕਤ ਕਰਦਾ ਹੈ? ਮੀਨ ਜਦੋਂ ਚੀਫ ਜਸਟਿਸ ਆਫ ਇੰਡੀਆ ਐਬਸੈਂਟ ਹੈ ਤਾਂ ਉਸਦੇ ਡਿਊਟੀਜ਼ ਨੂੰ ਨਿਭਾਉਣ ਲਈ ਜਿਸ ਨੂੰ ਵੀ ਚੀਫ ਜਸਟਿਸ ਆਫ ਇੰਡੀਆ ਰਿਕਮੈਂਡ ਕਰਿਆ ਜਾਊਗਾ ਤਾਂ ਉਸ ਨੂੰ ਕੌਣ ਅਪੁਆਇੰਟ ਕਰੂਗਾ? ਆਪਸ਼ਨ ਏ ਪ੍ਰੈਜ਼ੀਡੈਂਟ ਆਫ ਇੰਡੀਆ, ਆਪਸ਼ਨ ਬੀ ਸੀਨੀਅਰ ਮੋਸਟ ਜੱਜ ਆਫ ਸੁਪਰੀਮ ਕੋਰਟ, ਆਪਸ਼ਨ ਸੀ ਪ੍ਰਾਈਮ ਮਿਨਿਸਟਰ ਆਫ ਇੰਡੀਆ, ਆਪਸ਼ਨ ਡੀ ਵਾइस प्रेजिडेंट ऑफ इंडिया। दैन इट्स करैक्ट आंसर इज ऑप्शन ए प्रेजिडेंट ऑफ इंडिया उसनों अपॉइंट करूगा। हाँ जी, आपने अज 36 तक क्वेश्चन डिस्कस कर ले ने। आई होप थोनों बहुत वधिया लग्या होगा। प्लीज़ शेयर एंड लाइक सब्सक्राइब माई चैनल क्लियर एग्जाम। Thanks for listening. God bless you all.